ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸਤਿਗੁਰਾਂ ਦੀ ਮੁਬਾਰਕ ਰਚਨਾ ਤੋਂ ਉਚਾਰਨ ਕੀਤਾ ਅੰਮ੍ਰਿਤ ਬਚਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਅੰਦਰ ਸੋਰਠ ਰਾਗ ਵਿੱਚੋਂ ਜਿਸ ਅੰਮ੍ਰਿਤ ਬਚਨ ਨੂੰ ਆਧਾਰ ਬਣਾ ਕੇ ਆਪਾਂ ਅੱਜ ਦੇ ਇਸ ਵਿਸ਼ੇ ਨੂੰ ਸਮਝਣ ਦਾ ਯਤਨ ਕਰਨਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਸਾਹਿਬ ਕਹਿੰਦੇ ਨੇ, ਮਾਈ ਮਨ ਮੇਰੋ ਬਸ ਨਾਹੀਂ, हे ਮੇਰੀ ਮਾਂ, ਮੇਰਾ ਇਹ ਮਨ ਜਿਹੜਾ ਹੈ ਇਹ ਮੇਰੇ ਵਸ ਵਿੱਚ ਨਹੀਂ। ਹੁਣ ਸੱਚ ਇਹ ਹੈ ਵੀ ਇਹ ਸਿਰਫ ਇੱਕ ਬੰਦੇ ਦੀ ਗੱਲ ਨਹੀਂ, ਇਹ ਅਸਲ ਵਿੱਚ ਸਾਧ ਸੰਗਤ ਹਿਊਮਨ ਨੇਚਰ ਹੈ, ਮਨੁੱਖੀ ਸੁਭਾਅ ਹੈ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਜਦੋਂ ਆਪਾਂ ਪੜ੍ਹਦੇ ਹਾਂ, ਸਾਹਿਬ ਜੀ ਨੇ ਬਹੁਤ ਮਨ ਦੇ ਵਿਸ਼ੇ ਨੂੰ ਬਾਣੀ ਦੇ ਵਿੱਚ ਟੱਚ ਕੀਤਾ ਹੈ, ਜਾਂ ਇਉਂ ਕਹਿ ਲਓ ਵੀ ਸਤਿਗੁਰ ਨੇ ਇਸ ਵਿਸ਼ੇ ਨੂੰ ਬੜਾ ਖੋਲ ਕੇ ਬਾਣੀ ਦੇ ਵਿੱਚ ਬਿਆਨ ਕੀਤਾ ਹੈ। ਸ਼ਬਦ ਮਨ ਹੈ। ਇਸ ਮਨ ਸ਼ਬਦ ਨੂੰ ਅੰਗਰੇਜ਼ੀ ਦੇ ਅੰਦਰ ਸ਼ਬਦ ਵਰਤਨੇ ਆ ਮਾਈਂਡ। ਵੈਸੇ ਮਾਈਂਡ ਦਾ ਆਖਰੀ ਅਰਥ ਹੁੰਦਾ ਹੈ ਦਿਮਾਗ ਜਾਂ ਮਸਤਿਸ਼ਕ, ਕਿਉਂਕਿ ਮਨ ਸਾਡੇ ਅੰਦਰ ਦੇ ਉਹ ਫੁਰਨਿਆਂ ਦਾ ਸੰਗ੍ਰਹਿ ਹੈ ਜਿਹੜੇ ਅੰਦਰ ਜਿਸ ਵੇਗ ਦੇ ਵਿੱਚ ਵਹਿ ਜਾਣ ਇਹ ਸਰੀਰ ਉਹੋ ਜੇ ਕਰਮ ਕਰਨ ਦੇ ਲਈ ਤਤਪਰ ਹੋ ਜਾਂਦਾ ਹੈ, ਉਹੋ ਜੇ ਕੰਮ ਕਰਦਾ ਹੈ। ਇਸੇ ਕਰਕੇ ਸਾਹਿਬ ਨੇ ਬਾਣੀ ਵਿੱਚ ਇੱਕ ਸ਼ਬਦ ਵੀ ਵਰਤਿਆ ਹੈ। ਬਾਬਾ ਕਬੀਰ ਸਾਹਿਬ ਜੀ ਦਾ ਆਪ ਇੱਕ ਬਚਨ ਪੜ੍ਹਦੇ ਹੋ। ਕਬੀਰ ਸਾਹਿਬ ਜੀ ਕਹਿੰਦੇ ਨੇ, ਇਹ ਮਨ ਸ਼ਕਤੀ, ਇਹ ਮਨ ਸਿਓ, ਇਹ ਮਨ ਪੰਚ ਤਤ ਕੋ ਜਿਓ। ਇਹ ਮਨ ਸ਼ਕਤੀ, ਸ਼ਕਤੀ ਦਾ ਆਖਰੀ ਅਰਥ ਹੈ ਮਾਇਆ। ਬਾਬਾ ਜੀ ਕਹਿੰਦੇ ਨੇ ਇਹ ਜਿਹੜਾ ਮਨ ਹੈ ਇਹ ਸ਼ਕਤੀ ਹੈ, ਭਾਵ ਇਹਦੇ ਅੰਦਰ ਮਾਦੀ ਸਮਰੱਥਾ ਹੈ। ਇਹ ਮਨ ਸ਼ਕਤੀ, ਇਹ ਮਨ ਸਿਓ, ਸਿਓ ਦੇ ਆਖਰੀ ਅਰਥ ਹੁੰਦੇ ਨੇ ਚੇਤਨ ਅਵਸਥਾ। ਇਹ ਮਨ ਚੇਤਨ ਅਵਸਥਾ ਵੀ ਹੈ। ਇਹ ਮਨ ਮਾਇਆ ਦਾ ਰੂਪ ਵੀ ਹੈ। ਇਹ ਮਨ ਪੰਜ ਤਤ ਕੋ ਜਿਓ, ਇਹ ਮਨ ਪੰਜਾਂ ਤਤਾਂ ਦਾ ਜੀ ਹੈ। ਤੇ ਸਭ ਕਹਿੰਦੇ ਨੇ ਇਹ ਮਨ ਲੈ ਜੋ ਉਨ ਮਨ ਰਹੇ, ਜਿਹੜਾ ਇਸ ਮਨ ਨੂੰ ਆਪਣੇ ਵਸ ਵਿੱਚ ਕਰ ਲਏਗਾ। ਇਸ ਮਨ ਨੂੰ ਵਸ ਵਿੱਚ ਕਰਕੇ ਜਿਹੜਾ ਉਨ ਮਨ ਦੀ ਅਵਸਥਾ, ਉਨ ਮਨ ਦੇ ਆਖਰੀ ਅਰਥ ਨੇ ਸਾਧ ਸੰਗਤ ਤੁਰਿਆ ਅਵਸਥਾ ਇਹਨੂੰ ਬਾਣੀ ਵਿੱਚ ਕਿਹਾ ਹੈ। ਇਹਨੂੰ ਜੇ ਸੌਖੇ ਸ਼ਬਦਾਂ ਵਿੱਚ ਸਮਝਣਾ ਹੋਵੇ ਤੇ ਉਹ ਅਵਸਥਾ ਜਿਸ ਅਵਸਥਾ ਦੇ ਵਿੱਚ ਟਿਕਿਆਂ ਪਰਿਪੂਰਨ ਪਰਮਾਤਮਾ ਦੀ ਇਸ ਵਿਸਮਾਦੀ ਕੁਦਰਤ ਦੀ ਸੋਝੀ ਪੈ ਜਾਏ, ਉਹਨੂੰ ਬਾਣੀ ਵਿੱਚ ਕਹੇ ਉਨਮਨ ਅਵਸਥਾ ਜਾਂ ਤੁਰਿਆ ਅਵਸਥਾ। ਜਿੱਥੇ ਟਿਕਿਆਂ ਮਨੁੱਖ ਨੂੰ ਪਤਾ ਲੱਗ ਗਿਆ ਵੀ ਮੇਰੇ ਕਰਤਾਰ ਤੇਰੀ ਇਹ ਬਣਾਈ ਕੁਦਰਤ ਅਸਲ ਵਿੱਚ ਹੈ ਕੀ। ਵੈਸੇ ਸਾਧ ਸੰਗਤ, ਜਦੋਂ ਅਸੀਂ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਵਿੱਚੋਂ ਪੜ੍ਹਨੇ ਹਾਂ, ਉੱਥੇ ਸਤਿਗੁਰ ਨੇ 5 ਖੰਡਾਂ ਦਾ ਜ਼ਿਕਰ ਕੀਤਾ ਹੈ। ਉਹਨਾਂ 5 ਖੰਡਾਂ ਨੂੰ ਜਦੋਂ ਅਸੀਂ ਵਿਸਤਾਰ ਰੂਪ ਵਿੱਚ ਪੜ੍ਹਨੇ ਹਾਂ, ਅਸਲ ਵਿੱਚੋਂ 5 ਖੰਡ ਤੁਰਿਆ ਅਵਸਥਾ ਨੇ, ਜਿਨ੍ਹਾਂ ਖੰਡਾਂ ਦੇ ਵਿੱਚ ਇੱਕ ਖੰਡ ਤੋਂ ਬਾਅਦ ਦੂਜੇ ਖੰਡ ਦੀ ਸੋਝੀ, ਦੂਜੇ ਖੰਡ ਤੋਂ ਬਾਅਦ ਤੀਜੇ ਖੰਡ ਦੀ ਸੋਝੀ, ਇਸ ਤਰ੍ਹਾਂ ਮਨੁੱਖ 5ਵੇਂ ਖੰਡ ਤੱਕ ਪਹੁੰਚਦਾ, ਜਿਹਨੂੰ ਸਾਹਿਬ ਨੇ ਬਾਣੀ ਵਿੱਚ ਸੱਚਖੰਡ ਆਖਿਆ। ਇਹਨੂੰ ਥੋੜਾ ਜਿਹਾ ਸਮਝਣ ਦਾ ਯਤਨ ਕਰੀਏ ਸਾਧ ਸੰਗਤ। ਇਹ ਵਿਸ਼ਾ ਥੋੜਾ ਜਿਹਾ ਗੰਭੀਰ ਹੈ, ਪਰ ਸੱਚ ਹੈ ਵੀ ਮੇਰੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅੱਜ ਇਹ ਪਾਵਨ ਸ਼ਬਦ ਦੇ ਸਾਹਿਬ ਕਹਿੰਦੇ ਨੇ, ਮਾਈ ਮਨ ਮੇਰੋ ਬਸ ਨਾਹੀਂ, हे ਮੇਰੀ ਮਾਂ, ਮੇਰਾ ਇਹ ਮਨ ਮੇਰੇ ਵਸ ਵਿੱਚ ਨਹੀਂ। ਹੁਣ ਇਹ ਮੈਂ ਪਹਿਲੋਂ ਬੇਨਤੀ ਕੀਤੀ ਵੀ ਸਾਧ ਸੰਗਤ ਇਹ ਹਿਊਮਨ ਨੇਚਰ ਹੈ, ਇਹ ਮਨੁੱਖੀ ਸੁਭਾਅ ਹੈ ਵੀ ਕਿਹੜਾ ਸੰਸਾਰ ਦਾ ਮਨੁੱਖ ਹੈ। ਹਰ ਮਨੁੱਖ ਦੇ ਅੰਦਰ ਇਹ ਖਿਆਲ ਹੈ, ਹਰ ਇੱਕ ਮਨੁੱਖ ਦਾ ਇਹ ਸਵਾਲ ਹੈ ਕਿ ਇਹ ਮਨ ਮੇਰਾ ਵਸ ਵਿੱਚ ਨਹੀਂ, ਮੇਰੇ ਕੰਟਰੋਲ ਵਿੱਚ ਨਹੀਂ, ਇਹ ਟਿਕਦਾ ਕੋਈ ਨਹੀਂ, ਇਹ ਠਹਿਰਦਾ ਕੋਈ ਨਹੀਂ, ਇਹ ਭੱਜਦਾ ਬਹੁਤ ਹੈ, ਇਹਨੂੰ ਰੋਕਾਂ ਕਿਵੇਂ। ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ। ਸਾਹਿਬ ਕਹਿੰਦੇ ਨੇ, ਮਾਂ ਮੇਰਾ ਜਿਹੜਾ ਇਹ ਮਨ ਹੈ ਵਸ ਵਿੱਚ ਨਹੀਂ। ਕਿਉਂ ਵਸ ਵਿੱਚ ਨਹੀਂ?
ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਵਸ ਵਿੱਚ ਇਸ ਕਰਕੇ ਨਹੀਂ, ਨਿਸ ਬਾਸੁਰ ਬਿਖੀਅਨ ਕੋ ਧਾਵਤ। ਹੁਣ ਸਿਰਫ ਸਤਿਗੁਰ ਨੇ ਸਵਾਲ ਨਹੀਂ ਕੀਤਾ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਰਹਾਉ ਦੀ ਪੰਕਤੀ ਦੇ ਅੰਦਰ ਹੀ ਜਵਾਬ ਵੀ ਦੇ ਦਿੱਤਾ ਹੈ। ਸਾਹਿਬ ਕਹਿੰਦੇ ਨੇ ਨਿਸ, ਨਿਸ ਦੇ ਆਖਰੀ ਅਰਥ ਨੇ ਰਾਤ ਤੇ ਬਾਸੁਰ ਦਾ ਆਖਰੀ ਅਰਥ ਹੈ ਦਿਨ। ਧਿਆਨ ਦੇਣਾ, ਇਹ ਸੰਸਕ੍ਰਿਤ ਦਾ ਸ਼ਬਦ ਹੈ ਨਿਸ, ਤੇ ਇਹਨੂੰ ਸ਼ਬਦ ਪੰਜਾਬੀ ਵਿੱਚ ਅਸੀਂ ਬਾਸੁਰ ਸ਼ਬਦ ਕਹਿੰਦੇ ਹਾਂ, ਵੈਸੇ ਸੰਸਕ੍ਰਿਤ ਵਿੱਚ ਸ਼ਬਦ ਹੈ ਬਾਸਰ। ਇਹਨੂੰ ਸਤਿਗੁਰੂ ਜੀ ਨੇ, ਕਿਉਂਕਿ ਬਾਣੀ ਦੇ ਅੰਦਰ ਗੁਰਮੁਖੋ ਜਦੋਂ ਅਸੀਂ ਗੁਰਬਾਣੀ ਵਿਆਕਰਨ ਪੜ੍ਹਦੇ ਹਾਂ ਉਹਦੇ ਅੰਦਰ ਕੁਝ ਸ਼ਬਦ ਤਤਸਮ ਤੇ ਤਤਭਵ ਸ਼ਬਦ ਜਿਹੜੇ ਹੁੰਦੇ ਨੇ। ਤਤਭਵ ਸ਼ਬਦ ਉਹ ਨੇ ਜਿਹੜੇ ਇਨ ਬਿਨ ਕਿਸੇ ਦੂਜੀ ਭਾਸ਼ਾ ਤੋਂ ਕਿਸੇ ਦੂਜੀ ਭਾਸ਼ਾ ਦੇ ਅੰਦਰ ਆ ਜਾਣ, ਜਿਹੜੇ ਵੇਖਣ ਵਿੱਚ ਇੱਕੋ ਵਰਗੇ ਲੱਗਦੇ ਨੇ, ਤਤਸਮ ਸ਼ਬਦ ਨੇ, ਪਰ ਸੱਚ ਇਹ ਹੈ ਉਹਨਾਂ ਦੇ ਮਾਇਨੇ, ਉਹਨਾਂ ਦੇ ਅਰਥ ਜਿਹੜੇ ਨੇ ਇੱਕੋ ਨੇ, ਪਰ ਉਹਨਾਂ ਦੇ ਅੰਦਰ ਮਾਮੂਲੀ ਜੀ ਚੇਂਜ ਬਦਲਾਵ ਹੈ, ਉਹਨਾਂ ਨੂੰ ਤਤਸਮ ਸ਼ਬਦ ਆਖਿਆ ਜਾਂਦਾ ਹੈ। ਹੁਣ ਜਿਹੜੇ ਬਚਨ ਮੇਰੇ ਸਾਹਿਬ ਜੀ ਨੇ ਬਖਸ਼ਿਸ਼ ਕੀਤੇ ਨੇ, ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਨਿਸ ਬਾਸੁਰ ਬਿਖੀਅਨ ਕੋ ਧਾਵਤ। ਸਤਿਗੁਰ ਇਸ ਕਰਕੇ ਇਹ ਵਸ ਵਿੱਚ ਨਹੀਂ, ਕਿਉਂਕਿ ਦਿਨ ਤੇ ਰਾਤ ਹਰ ਵੇਲੇ ਮੇਰਾ ਇਹ ਮਨ ਬਿਖੀਅਨ ਕੋ ਧਾਵਤ, ਇਹ ਵਿਸ਼ੇ ਵਿਕਾਰਾਂ ਦੇ ਵੱਲ ਦੌੜਦਾ ਹੈ। ਇਹ ਮੇਰਾ ਮਨ ਹਰ ਵੇਲੇ ਵਿਸ਼ੇ ਵਿਕਾਰਾਂ ਦੇ ਵੱਲ, ਬਿਖੀਅਨ ਦੋ ਸ਼ਬਦਾਂ ਦਾ ਸੁਮੇਲ ਹੈ। ਬਿਖੀਅਨ ਦਾ ਭਾਵ, ਵਿਖ ਦਾ ਮਤਲਬ ਹੁੰਦਾ ਹੈ ਵੈਸੇ ਜ਼ਹਿਰ, ਇਹਨੂੰ ਸਤਿਗੁਰ ਨੇ ਬਾਣੀ ਵਿੱਚ ਵਿਸ਼ ਵੀ ਆਖਿਆ। ਹੁਣ ਜ਼ਹਿਰ ਦਾ ਮਤਲਬ ਹੈ ਉਹ ਕਰਮ, ਉਹ ਪਦਾਰਥ ਜਿਨ੍ਹਾਂ ਕਰਮਾਂ ਤੇ ਜਿਨ੍ਹਾਂ ਪਦਾਰਥਾਂ ਦੇ ਨਾਲ ਇਸ ਮਨ ਦੇ ਅੰਦਰ, ਸੁਰਤ ਦੇ ਅੰਦਰ ਵਿਕਾਰ ਜਾਂ ਮਾੜੇ ਫੁਰਨੇ ਪੈਦਾ ਹੋਏ। ਹੁਣ ਸਤਿਗੁਰ ਕਹਿੰਦੇ ਨੇ ਦਿਨ ਤੇ ਰਾਤ ਇਹ ਮਨ ਮਾੜੇ ਫੁਰਨਿਆਂ ਵੱਲ ਦੌੜਦਾ ਹੈ, ਜ਼ਹਿਰ ਵੱਲ ਦੌੜਦਾ ਹੈ, ਮਾੜੇ ਕਰਮਾਂ ਵੱਲ ਦੌੜਦਾ ਹੈ। ਹਰ ਵੇਲੇ ਇਸ ਮਨ ਦੇ ਅੰਦਰ ਸਿਰਫ ਬਾਹਰ ਮੁਖੀ ਸੰਸਾਰ ਦੇ ਵਿਸ਼ਿਆਂ ਨੂੰ, ਸੰਸਾਰ ਦੇ ਵਿਕਾਰਾਂ ਨੂੰ ਭੋਗਣ ਦਾ ਬਸ ਇੱਕੋ ਹੀ ਅੰਦਰ ਫੁਰਨਾ ਚੱਲਦਾ ਪਿਆ ਹੈ। ਪਾਤਸ਼ਾਹ ਕਹਿੰਦੇ ਨੇ ਕਿਹ ਬਿਦ ਰੋਕੋ ਤਾਹੇ ਸਤਿਗੁਰੂ, ਉਹ ਕਿਹੜੀ ਵਿਧੀ ਹੈ ਜਿਹੜੀ ਵਿਧੀ ਨਾਲ ਮੈਂ ਇਸ ਮਨ ਨੂੰ ਰੋਕ ਲਵਾਂ। ਸਾਧ ਸੰਗਤ ਹਕੀਕਤ ਹੈ, ਕੋਈ ਸੰਸਾਰ ਦਾ ਮਨੁੱਖ, ਵੇਖੋ ਜਵਾਬ ਹਰ ਇੱਕ ਇਨਸਾਨ ਨੂੰ ਚਾਹੀਦਾ ਹੈ, ਪਰ ਜਵਾਬ ਉੱਥੋਂ ਹੀ ਮਿਲਦਾ ਹੈ ਜਿੱਥੇ ਸੱਚ ਵਿੱਚ ਕੋਈ ਪੂਰਨ ਜਵਾਬ ਦੇਣ ਵਾਲਾ ਹੋਏਗਾ। ਵੇਖੋ ਗੁਰੂ ਅਰਜੁਨ ਸਾਹਿਬ ਜੀ ਦਾ ਇੱਕ ਬਚਨ ਤੁਸੀਂ ਪੜ੍ਹਦੇ ਹੋ, ਜੈਤ ਸ੍ਰੀ ਰਾਗ ਆਰੰਭ ਹੁੰਦਾ ਹੈ ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ, ਗੁਰੂ ਅਰਜਨ ਸਾਹਿਬ ਜੀ ਦਾ ਮੁਬਾਰਕ ਬਚਨ ਹੈ, ਕੋਈ ਜਨ ਹਰਸ਼ਿਉ ਦੇਵੈ ਜੋਰ, ਮੈਂ ਖਿਨ ਮਾਤਰ ਸਿਰਫ ਗੱਲ ਸਮਝ ਵਿੱਚ ਆਏ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਮੇਰੇ ਮਾਲਕ ਤੇਰਾ ਕੋਈ ਜਨ ਮੈਨੂੰ ਤੇਰੇ ਚਰਨਾਂ ਨਾਲ ਜੋੜ ਦੇ। ਤੇ ਸਾਧ ਸੰਗਤ ਸੁਭਾਵਕ ਹੈ, ਜੁੜੀ ਹੋਈ ਬਿਰਤੀ ਵਾਲਾ ਹੀ ਜੋੜੇਗਾ, ਟੁੱਟਿਆ ਹੋਇਆ ਬੰਦਾ ਕਦੀ ਥੋੜਾ ਕਿਸੇ ਨੂੰ ਜੋੜ ਸਕਦਾ ਹੈ। ਜਿਹੜਾ ਆਪ ਉੱਥੇ ਪਹੁੰਚਿਆ ਹੋਏਗਾ ਉਹੀ ਉੱਥੇ ਲੈ ਕੇ ਜਾਏਗਾ। ਸੱਚ ਹੈ ਗੁਰਮੁਖੋ, ਜਿਸ ਦੇ ਭਾਂਡੇ ਵਿੱਚ ਜੋ ਵਸਤੂ ਹੈ ਉਹ ਉਸੇ ਵਸਤੂ ਨੂੰ ਦੂਜੇ ਦੇ ਸਾਹਮਣੇ ਪਰੋਸ ਕੇ ਰੱਖੇਗਾ। ਤਾਂ ਹੀ ਮੇਰੇ ਸਾਹਿਬ ਨੇ ਬਾਣੀ ਵਿੱਚ ਆਖਿਆ ਮਨ ਮੈਲੇ ਸਭ ਕਿਛ ਮੈਲਾ। ਪਾਤਸ਼ਾਹ ਕਹਿੰਦੇ ਨੇ ਜੇ ਭਾਂਡੇ ਵਿੱਚ ਮੈਲ ਹੈ ਤੇ ਬਾਬਾ ਨਾਨਕ ਜੀ ਕਹਿੰਦੇ ਨੇ ਫਿਰ ਤੇਰੇ ਭਾਂਡੇ ਦੇ ਵਿੱਚ ਮੈਲ ਹੈ ਤੇ ਫਿਰ ਸੱਚ ਜਾਣੀ ਤੇਰਾ ਹਰ ਕਰਮ ਹੀ ਮੈਲਾ ਹੋਏਗਾ। ਜੇ ਤੇਰੇ ਭਾਂਡੇ ਵਿੱਚ, ਇਹੀ ਕਾਰਨ ਹੈ ਸਤਿਗੁਰ ਨੇ ਬਾਣੀ ਅੰਦਰ ਗਿਆਨ ਇੰਦਰੀਆਂ ਦੀ ਗੱਲ ਕੀਤੀ। ਵੇਖੋ ਅਸਲ ਵਿੱਚ ਇਹ ਮੈਲ ਆਈ ਕਿਵੇਂ ਅੰਦਰ। ਮੇਰੇ ਸਤਿਗੁਰੂ ਗੁਰੂ ਸਾਹਿਬ ਜੀ ਕਹਿੰਦੇ ਨੇ ਮਾਈ ਮਨ ਮੇਰੋ ਬਸ ਨਾਹੀ ਨਿਸ ਬਾਸੁਰ ਬਿਖਿਅਨ ਕੋ ਧਾਵਤ। ਇਹ ਨਿਸ ਬਾਸੁਰ ਦਿਨ ਰਾਤ ਇਹ ਬਿਖਿਅਨ ਜ਼ਹਿਰ ਵੱਲ ਦੌੜਦਾ ਹੈ। ਹੁਣ ਇਹਦਾ ਜ਼ਹਿਰ ਦੇ ਨਾਲ ਜਿਹੜਾ ਸੰਬੰਧ ਬਣਿਆ ਅਸਲ ਵਿੱਚ ਬਣਿਆ ਕਿਵੇਂ, ਇਹ ਬੜੀ ਸਮਝਣ ਵਾਲੀ ਗੱਲ ਹੈ। ਅਸਲ ਵਿੱਚ ਇਹ ਜੋ ਕੁਝ ਵੇਖਦਾ ਹੈ, ਵੇਖੋ ਗੁਰਮੁਖੋ ਪੰਜ ਗਿਆਨ ਇੰਦਰੇ ਨੇ ਜਿਨ੍ਹਾਂ ਰਾਹੀਂ ਮਨੁੱਖ ਆਪਣੇ ਅੰਦਰ ਗਿਆਨ ਟਿਕਾਉਂਦਾ ਹੈ, ਗਿਆਨ ਹਾਸਲ ਕਰਦਾ ਹੈ। ਹੁਣ ਇਹ ਜੇ ਪੰਜ ਗਿਆਨ ਇੰਦਰੇ, ਇਹ ਗਿਆਨ ਦੀ ਬਜਾਏ ਜੇ ਸਿਰਫ ਰਸ ਨਾਲ ਜੁੜ ਜਾਣ, ਧਿਆਨ ਦੇਣਾ ਗੱਲ ਸਮਝ ਵਿੱਚ ਆਏ। ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਤੁਸੀਂ ਰੋਜ਼ ਪੜ੍ਹਦੇ ਹੋ, ਆਨੰਦ ਸਾਹਿਬ ਜੀ ਦੀ ਬਾਣੀ। ਮੈਂ ਸਿਰਫ ਇੱਕ ਬਚਨ ਕਹਿ ਕੇ ਗੱਲ ਸਮਝ ਵਿੱਚ ਆ ਜਾਏ, ਮੈਂ ਇਸ ਕਰਕੇ ਐਗਜ਼ਾਮਪਲ ਆਪ ਜੀ ਦੇ ਚਰਨਾਂ, ਕਿਉਂਕਿ ਵਿਸ਼ਾ ਸਾਧ ਸੰਗਤ ਤੇ ਬੜੀ ਇਕਾਗਰਤਾ ਮੰਗਦਾ ਹੈ। ਇਹ ਵਿਸ਼ਾ ਇਕਾਗਰਤਾ ਤੋਂ ਬਿਨਾਂ ਸਮਝ ਆਉਣ ਵਾਲਾ ਨਹੀਂ।
ਹਾਂ ਉਂਝ ਅਸੀਂ ਮਨ ਦੀਆਂ ਗੱਲਾਂ ਸਾਰੇ ਕਰਨੇ ਆ, ਪਰ ਸੱਚ ਇਹ ਹੈ ਇਹਨੂੰ ਕਾਬੂ ਵਿੱਚ ਕਰਨਾ ਬੜਾ ਔਖਾ ਹੈ। ਵੈਰਾਗ ਸ਼ਤਕ ਇਹ ਭਰਥਰੀ ਦੀ ਇੱਕ ਕਿਤਾਬ ਹੈ। ਉਸ ਵੈਰਾਗ ਸ਼ਤਕ ਦੇ ਅੰਦਰ ਭਰਥਰੀ ਨੇ ਇੱਕ ਬਹੁਤ ਪਿਆਰੀ ਗੱਲ ਕਹੀ। ਉਹਨੇ ਜ਼ਿਕਰ ਕੀਤਾ ਹੈ, ਉਹ ਕਹਿੰਦਾ ਸੱਚ ਹੈ ਕਿ ਇਹ ਜਿਹੜਾ ਮਨ ਹੈ, ਕਿਉਂਕਿ ਇਹ ਇੱਕ ਰਾਜਾ ਸੀ ਜਿਹੜਾ ਭਰਥਰੀ ਸੀ, ਅੰਦਰ ਨੂੰ ਐਸੀ ਸੱਟ ਵੱਜੀ ਪਰਿਵਾਰ ਦੇ ਵਿੱਚ ਰਹਿੰਦਿਆਂ, ਐਸੀ ਮਨ ਨੂੰ ਅੰਦਰ ਚੋਟ ਵੱਜੀ, ਇਹਨੇ ਆਪਣਾ ਸਭ ਕੁਝ ਤਿਆਗ ਕੇ ਤੇ ਵੈਰਾਗ ਨੂੰ ਧਾਰਨ ਕਰ ਲਿਆ। ਸੱਚੇ ਗੁਰਮੁਖੋ, ਦੁਨਿਆਵੀ ਤਲ ਤੇ ਕੋਈ ਬੇਗਾਨਾ ਕਿਸੇ ਨੂੰ ਚੋਟ ਮਾਰੇ, ਬੰਦਾ ਸੁਭਾਵਿਕ ਕਿ ਉਸ ਚੋਟ ਨੂੰ ਜਰ ਜਾਂਦਾ ਹੈ, ਕਿਉਂਕਿ ਇਹਨੂੰ ਪਤਾ ਹੈ ਹਾਂ ਇਹ ਭਾਈ ਮੇਰਾ ਆਪਣਾ ਨਹੀਂ। ਉਸ ਬੰਦੇ ਦੇ ਪ੍ਰਤੀ ਮਨ ਵਿੱਚ ਗਿਲਾਨੀ ਹੋ ਸਕਦੀ ਹੈ, ਈਰਖਾ ਹੋ ਸਕਦੀ ਹੈ, ਕ੍ਰੋਧ ਆ ਸਕਦਾ ਹੈ, ਪਰ ਜਦੋਂ ਚੋਟ ਆਪਣਿਆਂ ਕੋਲੋਂ ਵੱਜਦੀ ਹੈ, ਸੱਚ ਵਿੱਚ ਆਪਣਿਆਂ ਕੋਲੋਂ ਵੱਜੀ ਚੋਟ ਬੰਦਾ ਕਦੀ ਸਹਾਰ ਨਹੀਂ ਸਕਦਾ। ਸਹਾਰਨ ਵਾਲਾ ਬੰਦਾ ਸੱਚ ਵਿੱਚ ਉਹ ਸਭ ਕੁਝ ਛੱਡ ਕੇ ਉਪਰਾਮ ਹੋ ਜਾਂਦਾ ਹੈ। ਉਹ ਕਹਿੰਦਾ ਵੀ ਜੇ ਆਪਣਿਆਂ ਤੇ ਭਰੋਸਾ ਨਹੀਂ ਤੇ ਫਿਰ ਕਿਹਦੇ ਤੇ ਕਰੀਏ। ਭਰਥਰੀ ਉਹ ਮੈਂ ਸਿਰਫ ਇੱਕ ਗੱਲ ਸਮਝ ਵਿੱਚ ਆਉਣ ਵਾਸਤੇ ਐਗਜ਼ਾਮਪਲ ਆਪ ਜੀ ਦੇ ਚਰਨਾਂ ਵਿੱਚ ਰੱਖਦੇ ਹਾਂ। ਉਹ ਕਹਿੰਦੇ ਨੇ ਵੀ ਆਪਣਾ ਸਭ ਕੁਝ ਛੱਡ ਕੇ, ਆਪਣਾ ਪਰਿਵਾਰ, ਆਪਣੀਆਂ ਰਾਣੀਆਂ, ਆਪਣੇ ਬੱਚੇ ਸਭ ਕੁਝ ਛੱਡ ਕੇ ਰਾਤ ਨੂੰ ਘਰੋਂ ਨਿਕਲਿਆ, ਆਪਣੇ ਮਹਿਲ ਛੱਡੇ ਤੇ ਸਿਰਫ ਇੱਕ ਲੰਗੋਟੀ ਜਿਹੜੀ ਇਹਨੇ ਆਪਣੇ ਤਨ ਤੇ ਪਾਈ ਹੋਈ ਸੀ, ਮਹਿਲਾਂ ਤੋਂ ਬਾਹਰ ਨਿਕਲਿਆ, ਕੁਝ ਦੂਰੀ ਤੇ ਗਿਆ, ਰਾਤ ਦਾ ਸਮਾਂ ਸੀ ਤੇ ਕਹਿੰਦੇ ਨੇ ਦੂਰ ਚਮਕਦੀ ਹੋਈ ਇਹਨੂੰ ਕੋਈ ਚੀਜ਼ ਨਜ਼ਰ ਆਈ ਤੇ ਇੱਕਦਮ ਮਨ 'ਚ ਖਿਆਲ ਆਇਆ ਵੀ ਮਨਾ ਇਹ ਜਿਹੜੀ ਦੂਰ ਕੋਈ ਚਮਕਦੀ ਹੋਈ ਚੀਜ਼ ਏ, ਲੱਗਦਾ ਕੋਈ ਕੀਮਤੀ ਮਾਨਕ, ਕੀਮਤੀ ਰਤਨ ਏ। ਤੇ ਮਨ 'ਚ ਸੋਚਦਾ ਵੀ ਮਨਾ ਤੂੰ ਘਰ-ਬਾਰ ਛੱਡ ਦਿੱਤਾ ਹੈ, ਸਿਰਫ ਇੱਕ ਕੁਪੀਨ ਲੈ ਕੇ ਨਿਕਲਿਆ ਹੈ, ਤੇਰੇ ਹੱਥ ਵਿੱਚ ਕੋਈ ਮਾਇਆ ਨਹੀਂ, ਕੋਈ ਹੋਰ ਚੀਜ਼ ਨਹੀਂ, ਕੋਈ ਵਸਤਰ ਨਹੀਂ। ਕਿਉਂ ਨਾ ਚੰਗਾ ਹੋਵੇ ਜੇ ਇਹ ਇੱਕ ਲਾਲ ਤੈਨੂੰ ਮਿਲ ਜਾਏ, ਕੁਪੀਨ ਦੇ ਨਾਲ ਇੱਕ ਲਾਲ ਕਿਤੇ ਕੰਮ ਆ ਜਾਏਗਾ। ਸੱਚ ਵਿੱਚ ਇਹਨੇ ਜਿਵੇਂ ਉਸ ਚਮਕਦੀ ਹੋਈ ਚੀਜ਼ ਵੱਲ ਹੱਥ ਵਧਾਇਆ, ਇਹਨੇ ਜਦੋਂ ਉਸ ਚੀਜ਼ ਨੂੰ ਹੱਥ ਪਾਇਆ, ਹੱਥ ਵਿੱਚ ਪੈਂਦਿਆਂ ਇਹਦਾ ਸਾਰਾ ਹੱਥ ਉਸ ਪੀਕ ਦੇ ਨਾਲ ਗਿੱਲਾ ਹੋ ਗਿਆ। ਕਿਸੇ ਨੇ ਪਾਨ ਥੁੱਕ ਕੇ ਤੇ ਧਰਤੀ ਤੇ ਸੁੱਟਿਆ ਸੀ। ਭਰਥਰੀ ਨੇ ਬਹੁਤ ਪਿਆਰੇ ਬਚਨ ਕਹੇ, ਉਹਨਾਂ ਦੇ ਇਹ ਬਚਨ ਵੈਰਾਗ ਸ਼ਤਕ ਵਿੱਚ ਨੇ। ਉਹ ਕਹਿੰਦੇ ਨੇ ਰਤਨ ਜੜਤ ਮੰਦਰ ਤਜੇ, ਰਤਨਾਂ ਨਾਲ ਜੜੇ ਹੋਏ ਕੀਮਤੀ ਮੋਤੀ ਮਾਲਾਵਾਂ ਜਿਹੜੀਆਂ ਨਿਤਾਂ ਪ੍ਰਤੀ ਭਰਥਰੀ ਕਹਿੰਦਾ ਮੈਂ ਆਪਣੇ ਤਨ ਤੇ ਪਾਨਾ ਸਾਂ, ਅਕੀਮਤੀ ਮੰਦਰ ਤਿਆਗ ਦਿੱਤਾ, ਮਹਿਲ ਮਾੜੀਆਂ ਛੱਡ ਦਿੱਤੀਆਂ, ਅਰ ਸਖੀਨ ਕਾ ਸਾਥ ਅਤੇ ਆਪਣੀ ਘਰਵਾਲੀ, ਆਪਣੀਆਂ ਰਾਣੀਆਂ ਨੂੰ ਛੱਡ ਕੇ ਚੱਲਿਆ। ਰੇ ਮਨ ਧੋਖੇ ਲਾਲ ਮੈਂ, ਇਹ ਮੇਰੇ ਮਨਾ ਤੂੰ ਇੰਨਾ ਧੋਖਾ ਦੇ ਦਿੱਤਾ ਮੈਨੂੰ, ਸਭ ਕੁਝ ਛੱਡ ਕੇ ਚੱਲਿਆ ਸਾਂ, ਪਰ ਦਿਓ ਪੀਕ ਮੈਂ ਹਾਥ, ਪਰ ਇਸ ਅਵਸਥਾ ਨੂੰ ਤਿਆਗ, ਜਿਸ ਅਵਸਥਾ ਵਿੱਚੋਂ ਨਿਕਲਣ ਦੇ ਲਈ ਤਿਆਗ ਨੂੰ ਧਾਰਨ ਕਰਨ ਲਈ ਘਰੋਂ ਨਿਕਲਿਆ ਸਾਂ, ਪਰ ਕਿੱਥੇ ਲਿਆ ਕੇ ਮਨਾ ਤੂੰ ਖੜਾ ਕਰ ਦਿੱਤਾ ਹੈ। ਵੇਖ ਇਸ ਪੀਕ ਦੇ ਅੰਦਰ ਹੱਥ ਪਾਉਣ ਨੂੰ ਮਜਬੂਰ ਕਰ ਦਿੱਤਾ ਇਸ ਮਨ ਨੇ। ਉਹ ਕਹਿੰਦਾ ਸੱਚ ਵਿੱਚ ਇਹ ਕਈ ਵਾਰੀ ਅਸੀਂ ਸੋਚਨੇ ਆ ਵੀ ਹਾਂ ਘੜੀ ਦੋ ਘੜੀ ਦਾ ਸੰਗ ਮਿਲਿਆ, ਮਨ ਸੋਚਦਾ ਵੀ ਹਾਂ ਹੁਣ ਬੜੀ ਉੱਚੀ ਅਵਸਥਾ ਬਣ ਗਈ, ਪਰ ਸੱਚ ਵਿੱਚ ਗੁਰਮੁਖੋ ਇਸ ਮਨ ਦਾ ਕੋਈ ਭਰੋਸਾ ਨਹੀਂ। ਸਾਹਿਬ ਦੀ ਬਾਣੀ ਕਹਿੰਦੀ ਮਨ ਜੋਗੀ ਮਨ ਭੋਗੀਆ, ਮਨ ਮੂਰਖ ਗਵਾਰ, ਮਨ ਦਾਤਾ ਮਨ ਮੰਗਤਾ, ਮਨ ਸੋ ਗੁਰ ਕਰਤਾਰ। ਇਹ ਖਿਣ ਵਿੱਚ ਦਾਤਾ ਵੀ ਬਣ ਜਾਂਦਾ ਹੈ, ਖਿਣ ਵਿੱਚ ਮੰਗਤਾ ਵੀ ਬਣ ਜਾਂਦਾ ਹੈ। ਦਾਤਾ ਬਣ ਗਿਆ ਤੇ ਪੱਲੇ ਚਾਰ ਦਮੜੇ ਤੇ ਉਹ ਵੀ ਲੁਟਾਉਣ ਨੂੰ ਫਿਰਦਾ ਹੈ, ਤੇ ਜਿੱਦਣ ਮੰਗਤਾ ਬਣਿਆ ਪਤਾ ਨਹੀਂ ਗੁਰਮੁਖੋ ਲੱਖਾਂ ਰੁਪਏ ਘਰ ਛੱਡ ਕੇ ਤੁਰਿਆ ਤੇ 4 ਰੁਪਈਆਂ ਤੇ ਵੀ ਕਈ ਵਾਰੀ ਡੁੱਲ ਜਾਂਦਾ ਹੈ। ਇਸ ਮਨ ਦਾ ਸੁਭਾਅ ਹੈ, ਇਹ ਇਸ ਮਨ ਦੀ। ਪਰ ਤਾਂ ਹੀ ਸਾਹਿਬ ਜੀ ਕਹਿੰਦੇ ਨੇ ਮਨ ਮੇਰੋ ਬਸ ਨਾਹੀਂ, ਪਰ ਸੱਚ ਹੈ ਵੀ ਕੋਈ ਇਹ ਆਖੇ ਵੀ ਨਹੀਂ ਮੇਰਾ ਮਨ ਹੁਣ ਟਿਕ ਗਿਆ ਹੈ। ਬਹੁਤ ਕੁਝ ਹੈ ਜਿਹੜਾ ਰੋਜ਼ਾਨਾ ਇਸ ਮਨ ਦੇ ਅੰਦਰ ਦੇ ਫੁਰਨਿਆਂ ਨੂੰ ਵਾਚਣ ਦੀ ਜ਼ਰੂਰਤ ਹੈ। ਤਾਂ ਹੀ ਸਤਿਗੁਰੂ ਕਹਿੰਦੇ ਨੇ ਰੋਜ਼ ਆਪਣੇ ਆਪ ਨੂੰ ਟਟੋਲ। ਜਦੋਂ ਅਸੀਂ ਨਿਤਨੇਮ ਦੀ ਬਾਣੀ ਪੜ੍ਹਦੇ ਹਾਂ, ਕਈ ਵਾਰੀ ਸਿੱਖ ਸਵਾਲ ਕਰਦੇ ਨੇ, ਸੰਗਤਾਂ ਬੇਨਤੀ ਕਰਦੀਆਂ ਨੇ ਵੀ ਭਾਈ ਸਾਹਿਬ ਇੱਕ ਦਿਨ ਜਪਜੀ ਸਾਹਿਬ ਦੀ ਬਾਣੀ ਪੜ੍ਹ ਲਈ, 5 ਬਾਣੀਆਂ ਦੇ ਜਾਪ ਕਰ ਲਏ, ਵੀ ਰੋਜ਼-ਰੋਜ਼ ਜਾਪ ਕਰਨ ਦਾ ਕੀ ਗੱਲ ਹੈ, ਕੀ ਜ਼ਰੂਰਤ ਹੈ। ਮੇਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ
सिमरन की गल की ते सतगुर कहते ने वार-वार गुरु नूं चेते कर। सिमरो सिमर सिमर सुख पावो, कल कलेश तन माहे मिटावो। एक गल चेते रखियो, वार-वार बाणी इस करके पढ़नी है ताकि अपने अंदर नूं पढ़ सकीए कि साडा अंदर जिहड़ा कल इस अवस्था ते इस थां ते खड़ा सी, अज वो किते खड़ा है। ते जे सिर्फ वो जुबानी रटन है बारमुखी भी पढ़ी ते पढ़ के छड़ दी, फिर मैनू माफ़ करना साध संगत जी, जे सिर्फ वो फिजिकली क्रिया है, जे सिर्फ जुबान की क्रिया, फिर उनका कोई लाभ नहीं। ते जे सच विच पढ़दिया होया अपने अंदर नूं टटोलदिया रोज, ते सतगुर कहंदे ने फिर तेरे अंदर नूं ये उस अवस्था तक लैके जाएगी जिथे मेरे साहब जी कहंदे ने कि हुण ये परमात्मा का रूप हो गया है, जिन्हों साहब कहंदे ने गुर किरपा जे नर को कीनी ते एह जुगत पछानी, नानक लीन भयो गोबिंद स्यों ज्यों पानी संग पानी। गुरु तेग बहादुर साहब जी कहंदे ने निस बासुर बिखियन स्यों रचियो, दिन रात ये विकारां दे अंदर खजते। साहब कहंदे ने हुण इहदी पड़चोल कर, इस मन नूं समझ, ये दिन रात विषय विकारां दे अंदर एक खवार हो रहा है, तो मेरे सतगुर कहंदे ने इस मन नूं टिकाण दा यतन कर। देखो जिन्हां ने अपने अंदर नूं पड़चोलिया है, मेरे साहब ने बहुत उदाहरणां बाणी विच दित्तियां ने। साहब कहंदे ने जे मन मर जाए, मन मरना की असल विच अंदर दे फुरनियां दा मरना है। ये अस गल ते सारी विखियन दे विच धाउंदा ही तां है क्योंकि ये मरिया कोई नहीं। ये अपना जीवत रूप लैके, जीवत रूप दा मतलब ये उन्हां विषय विकारां दे अंदर अजे भी चल रहा है, कंटीन्यू उन्हां नूं कमा रहा है। पर हाँ जे इनू मार दिए, मारना की है, ख्याल करियो सतगुरु गुरु ग्रंथ साहिब पातशाह जी की पावन बाणी अंदर एक एग्जाम्पल तुहाडे चरनां विच रख दिया, समझ आए भी मन मारना की है। मन लो कोई संसारिक मनुख, उन्हें संसार दे अंदर कोई भी किता करदा है, रस्ते चों जांदिया या अपने काम काज ते बैठिया, उनके हाथ विच किसी दी कोई माया जिहड़ी उनके नाल काम करदे किसी बंदे दी डिग पई, उनके हाथ लग गई वो माया, वो धन वो पैसा उनके हाथ लग गया। और उस बंदे नूं पता है भी ये इस इंसान दी है, इस बंदे दी है जिहड़ा मेरे नाल तुरिया आया, मेरे नाल बैठा, मेरे नाल काम कर रहा है, या जिन्हों मैं जानदा। जिस वेले वो माया उनके हाथ विच लग गई, उन्होंने पता भी किंदी है, जे ते वो सच विच अंदर नूं समझ ले अपने मन के अवैड़ेपन नूं, किते वो वापस उनके हाथ ते जाके रख दे ते आके भलिया ये तेरी माया, ये तेरा धन, ये तेरे पैसे डिगे सन, इनकी संभाल कर, ये तेरे ने। ते जे मन इस अवस्था विच चला जाए, इनू कहंदे ने मन मरे धात मर जाए। ते ख्याल करो जे मन अवैड़ हो जाए, मन आखे भी नहीं उनकी डिग पई है ते उनकी कोलों गई हुण ते तेरी तू सांभ लै। हुण सतगुर कहंदे ने मन मरिया कोई नहीं। असल विच कई वारी असीं सोचने जरूर हाँ। एक बड़ा प्यारा बोल मैनू वैराग शतक दा हुर चेते आया है। वो कहंदे ने मैं जानियो मन मर गयो, मरियो सो अजूह नाहे। कई बारी मैं सोचना भी मना मन मर गया है, पर कहंदे ने जिवें नूं कोई ऐसा ख्याल, ऐसा फुरना मिलता है, ऐसी संगत मिलती, फिर उस अवस्था दे विच खड़ा हो जाता है। ये बड़ी कंट्रोल की जरूरत है साध संगत। ये एवें नहीं, इहदे ते बड़ा कंट्रोल करना पएगा, एवें नहीं टिकेगा। निस दिन इनू वाचना पएगा, निस दिन इनू समझना पएगा, बाणी पढ़दियां इहदे अंदर नू पढ़ना पएगा भी अंदर की चल रहा है। यही कारण है बंदा हाथ विच गुटका फड़िया हुंदा है, मेरे वर्गे बंदे ने, ते ख्याल करियो सुरत विच गंदे फुरने चल रहे हुंदे ने। बाणी जुबान तो पढ़ रहा है, सुरत विच चल रहा है भी अज मैं अपने भरा, अपने मित्र, अपने दोस्त, अपने रिश्तेदार नू किवें ठगना है। हाथ विच गुटका है, पाठ जुबान पढ़ रही है, सोचा सोच ना होवे जे सोची लखवार, चुपै चुप ना होवे जे लाए रहा लिवतार, भुखिया भुख ना उतरी जे बन्ना पुरियां पार। ते अंदर फुरना चल रहा भी किसे नू किसे दा धन, किसे दी माया, किसे दी दौलत, किसे दा रूप, किसे दा तन, सिर्फ अंदर ये सब कुछ चल रहा है, ये मेरा किवें बन जाए।
ਅੰਦਰ ਫੁਰਨੇ ਚੱਲ ਰਹੇ ਨੇ, ਜ਼ੁਬਾਨ ਪਾਠ ਕਰ ਰਹੀ, ਰੈਪੀਟੇਸ਼ਨ ਕਰ ਰਹੀ। ਸਤਿਗੁਰ ਕਹਿੰਦੇ ਨੇ ਨਹੀਂ, ਇਹ ਬਾਣੀ ਇਸ ਕਰਕੇ ਸੀ ਤੂੰ ਆਪਣੇ ਅੰਦਰ ਨੂੰ ਸਮਝੇ। ਉਹ ਕਹਿੰਦਾ ਮੈਂ ਜਾਣਿਓ ਮਨ ਮਰ ਗਇਓ, ਮਰਿਓ ਸੋ ਅਜਹੂ ਨਾਹੇ। ਪਰ ਕਹਿੰਦਾ ਬਰਖਾ ਪਈ ਕੁਸੰਗ ਕੀ, ਜਿਵੇਂ ਕੁਸੰਗਤ ਦੀ ਸੰਗਤ ਮਿਲੀ, ਜਿਵੇਂ ਮਾੜਿਆਂ ਦੀ ਸੰਗਤ ਮਿਲੀ, ਕਹਿਣ ਲੱਗੇ ਬਸ ਸਭ ਕੁਝ ਛੱਡ ਕੇ ਮੇਂਢਕ ਜੋ ਗੁਰੜਾਏ। ਹਾਂ, ਜੇ ਸੋਚੀਏ ਵੀ ਸੌਣ ਜਿਹੜੇ ਡੱਡੂ ਮੇਂਢਕ ਆ ਸੌਣ ਭਾਦੋ ਦੇ ਮਹੀਨੇ ਵਿੱਚ ਆਵਾਜ਼ ਮਾਰਦੇ ਨੇ, ਗੜੈ ਗੜੈ ਕਰਦੇ ਨੇ, ਜੇ ਇਹ ਸੋਚੀਏ ਵੀ ਇਹ ਉੱਚੀ ਉੱਚੀ ਬੋਲਣ ਵਾਲੇ ਕਿਤੇ ਜੂਨ ਦੇ ਮਹੀਨੇ ਵਿੱਚ ਜਦੋਂ ਖਾਸ ਕਰਿਓ ਜੂਨ ਜੁਲਾਈ ਦਾ ਮਹੀਨਾ, ਅੱਤ ਤਪਸ਼ ਦਾ ਮਹੀਨਾ, ਕਿਤੇ ਮਰ ਗਏ ਨੇ। ਸਭ ਕਹਿੰਦੇ ਮਰੇ ਕੋਈ ਨਹੀਂ, ਅਸਲ ਵਿੱਚ ਇਹ ਧਰਤੀ ਦੇ ਥੱਲੇ ਦੱਬੇ ਹੋਏ ਸਨ। ਇਹਨਾਂ ਨੂੰ ਮਾਰਨਾ ਹੈ। ਮਨ ਮਰੇ ਧਾਤ ਮਰ ਜਾਏ, ਬਿਨ ਮਨ ਮੁਏ ਕੈਸੇ ਹਰ ਪਾਏ। ਸਭ ਕਹਿੰਦੇ ਨੇ ਮਨ ਮਰੇਗਾ ਤੇ ਧਾਤ ਮਰੇਗੀ। ਜੇ ਮਨ ਨਹੀਂ ਮਰਿਆ ਤੇ ਫਿਰ ਇੱਕ ਗੱਲ ਚੇਤੇ ਰੱਖੀ, ਫਿਰ ਰੱਬ ਕਿਵੇਂ ਮਿਲੇਗਾ। ਇਹ ਮਨ ਮਰੇ ਦਾਰੂ ਜਾਣੇ ਕੋਏ। ਸਭ ਕਹਿੰਦੇ ਨੇ ਵਿਰਲਾ ਕੋਈ ਏ ਜਿਹੜਾ ਆਪਣੇ ਮਨ ਨੂੰ ਮਾਰੇ ਤੇ ਉਹਨੂੰ ਮਾਲਕ ਦੀ ਕਿਰਪਾ ਨਾਲ ਨਾਮ ਦਾਰੂ ਦੀ ਸੋਝੀ ਆ ਜਾਏ। ਅੱਜ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਮਾਈ ਮਨ ਮੇਰੋ ਬਸ ਨਾਹੇ ਮਾਂ, ਮੇਰਾ ਮਨ ਕੰਟਰੋਲ ਵਿੱਚ ਨਹੀਂ, ਵਸ ਵਿੱਚ ਨਹੀਂ, ਟਿਕਾਊ ਵਿੱਚ ਨਹੀਂ, ਇਕਾਗਰਤਾ ਵਿੱਚ ਨਹੀਂ। ਨਿਸ ਬਾਸੁਰ ਬਿਖਿਅਨ ਕੋ ਤਾਵਤ, ਦਿਨ ਰਾਤ ਇਹ ਬਿਖੀਅਨ ਦੇ ਵਿੱਚ, ਜ਼ਹਿਰ ਦੇ ਵਿੱਚ ਭਟਕਦਾ ਹੈ। ਦਿਨ ਰਾਤ ਇਹ ਸੰਸਾਰ ਦੇ ਰਸ ਕਸ ਨੂੰ ਮਾਣਦਾ ਹੈ। ਮੈਂ ਪਹਿਲੋਂ ਵੀ ਬੇਨਤੀ ਕੀਤੀ, ਸਾਧ ਸੰਗਤ, 5 ਇੰਦਰੇ ਨੇ, ਗਿਆਨ ਇੰਦਰੇ, ਇਹਨਾਂ ਰਾਹੀਂ ਜੇ ਤੁਸੀਂ ਗਿਆਨ ਅਰਜਿਤ ਕਰ ਲੋਗੇ, ਸੁਰਤ ਉੱਚੀ ਹੁੰਦੀ ਜਾਏਗੀ। ਹਾਂ, ਜੇ ਇਹਨਾਂ ਹੀ 5 ਇੰਦਰੀਆਂ ਨੂੰ ਤੁਸੀਂ ਰਸ ਬਣਾ ਲੋਗੇ, ਇਹ ਵਿਸ਼ੇ ਬਣ ਜਾਣਗੇ। ਇਹ ਰਸ ਬਣ ਗਏ ਤੇ ਵਿਸ਼ੇ ਬਣ ਗਏ। ਇਹੀ ਕਾਰਨ ਹੈ ਅਜੋਕੇ ਸਮੇਂ ਵਿੱਚ ਜਿਸ ਪਦਾਰਥਵਾਦੀ ਯੁੱਗ ਵਿੱਚ ਅਸੀਂ ਜੀ ਰਹੇ ਹਾਂ, ਸਾਨੂੰ ਕੋਈ ਮੰਜ਼ਿਲ ਤਾਂ ਹੀ ਨਹੀਂ ਮਿਲਦੀ ਪਈ ਕਿਉਂਕਿ ਅਸੀਂ ਇਹਨਾਂ ਗਿਆਨ ਇੰਦਰੀਆਂ ਦੇ ਰਾਹੀਂ ਸਿਰਫ ਰਸ ਵੇਖਿਆ ਹੈ। ਮੇਰੇ ਸਤਿਗੁਰ ਕਹਿੰਦੇ ਨੇ ਰਸ ਭੋਗਿਆ, ਰਸ ਮਾਣਿਆ ਹੈ। ਇਹਨਾਂ ਨਾਲ ਗਿਆਨ ਸੋਝੀ ਦੀ ਗੱਲ ਤੇ ਅਸੀਂ ਕਦੀ ਕੀਤੀ ਨਹੀਂ। ਆ ਨੇਤਰਾਂ ਨਾਲ ਕਦੀ ਅਸੀਂ ਮਾਲਕ ਦੀ ਬਾਣੀ ਪੜ੍ਹ ਕੇ ਅੰਦਰ ਗਿਆਨ ਹਾਸਲ ਕੀਤਾ ਹੈ? ਨਹੀਂ। ਮਨ ਨੂੰ ਤੇ ਅਸੀਂ, ਇਹ ਅੱਖਾਂ ਨੂੰ ਤੇ ਅਸੀਂ ਸਿਰਫ ਬਾਹਰ ਦੇ ਰੰਗ ਤਮਾਸ਼ੇ ਵੇਖਣ ਲਈ ਅਸੀਂ ਕਹਿੰਦੇ ਬਸ ਮਿਲੀਆਂ ਹੀ ਸ਼ਾਇਦ ਇਸੇ ਕਰਕੇ ਨੇ। ਇਹਨਾਂ ਕੰਨਾਂ ਨਾਲ ਅਸੀਂ ਨਿੰਦਾ ਚੁਗਲੀ ਸੁਣਨੇ ਆ ਸੰਸਾਰ ਦੀ ਘੰਟਿਆਂ ਬੱਧੀ, ਤੇ 10 ਮਿੰਟ ਬਾਣੀ ਸੁਣਨੀ ਬੜੀ ਔਖੀ ਲੱਗਦੀ ਏ। ਸੱਚ ਇਹ ਸੋਚਦੇ ਵੀ ਸ਼ਾਇਦ ਕੰਨ ਮਿਲੇ ਹੀ ਨਿੰਦਾ ਤੇ ਚੁਗਲੀ ਸੁਣਨ ਲਈ। ਰਸ ਬਣ ਗਏ ਤੇ ਵਿਸ਼ੇ ਬਣ ਗਏ। ਹਾਂ, ਤੇ ਜੇ ਨਾਲ ਗਿਆਨ ਹਾਸਲ ਕਰ ਲਿਆ ਤੇ ਮੇਰੇ ਸਾਹਿਬ ਕਹਿੰਦੇ ਨੇ ਫਿਰ ਇਹ ਇੰਨੀ ਉੱਚੀ ਅਵਸਥਾ ਦਾ ਮਾਲਕ ਬਣ ਜਾਏਗਾ ਵੀ ਇਹ ਮਾਲਕ ਕਰਤੇ ਦਾ ਰੂਪ ਬਣ ਜਾਏਗਾ। ਹੁਣ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਨਿਸ ਬਾਸੁਰ ਬਿਖਿਅਨ ਕੋ ਤਾਵਤ ਕੇ ਬਿਦਰੋ ਕੋ ਤਾਹੇ। ਸਤਿਗੁਰ ਕਿਹੜੀ ਵਿਧੀ ਨਾਲ ਇਹਨਾਂ ਨੂੰ ਰੋਕਾਂ, ਕਿਹੜੀ ਜੁਗਤ ਤੇ ਜਿੰਦੇ ਨਾਲ ਰੋਕਾਂ। ਫਿਰ ਇੰਨਾ ਹੀ ਨਹੀਂ, ਸਾਹਿਬ ਕਹਿੰਦੇ ਨੇ ਵੇਦ ਪੁਰਾਨ ਸਿਮਰਤ ਕੋ ਮਤ, ਮੇਦਾਂ ਪੁਰਾਣਾ ਸਿਮਰਤੀਆਂ ਕੋ ਮਤ ਸੁਣ। ਇਹ ਇਹਨਾਂ ਸਾਰਿਆਂ ਦੇ ਉਪਦੇਸ਼ ਸੁਣਦਾ ਹੈ। ਵੇਖੋ ਅਸੀਂ ਆਖਾਂਗੇ ਵੀ ਸੁਣਦੇ ਬਹੁਤ ਆ। ਵੇਖੋ ਬਾਣੀ ਸੁਣਨ ਵਾਸਤੇ ਰੋਜ਼ਾਨਾ ਕਿੰਨੇ ਗੁਰੂ ਕੇ ਸਿੱਖ ਨੇ, ਪਰ ਮੇਰੇ ਸਾਹਿਬ ਕਹਿੰਦੇ ਨੇ ਜਨ ਨਾਨਕ ਕੋਟਨ ਮੈਂ ਕਿਨਹੂ ਗੁਰਮੁਖ ਹੋਏ। ਕਰੋੜਾਂ ਵਿੱਚੋਂ ਕੋਈ ਇੱਕ ਜਿਹੜਾ ਗੁਰਮੁਖ ਬਣਿਆ ਤੇ ਜਿਹਨੇ ਪਛਾਣ ਕੀਤੀ ਹੈ। ਨਹੀਂ ਤੇ ਖਿਆਲ ਕਰਿਓ ਜਿਵੇਂ ਆਏ ਬੰਦਾ ਸੱਚ ਵਿੱਚ ਗੁਰੂ ਘਰ ਵਿੱਚ ਆ ਕੇ ਵੀ ਕਮੀਆਂ ਹੀ ਲੱਭਦਾ। ਨਹੀਂ ਤੇ ਮੈਨੂੰ ਮਾਫ ਕਰ ਦੇਣਾ ਸਾਧ ਸੰਗਤ, ਸੰਗਤ ਗੁਰੂ ਸਰੂਪ ਹੈ, ਪਰ ਸੱਚ ਇਹ ਹੈ ਬੰਦਾ ਗੁਰੂ ਘਰ ਵਿੱਚ ਆ ਕੇ ਵੀ ਸਿਰਫ ਕਮੀਆਂ ਲੱਭਦਾ ਹੈ। ਪ੍ਰਬੰਧਕ ਬਣ ਜਾਏ ਕੋਈ, 5 ਮਿੰਟ ਬਾਣੀ ਨਹੀਂ ਸੁਣ ਸਕਦੇ, ਹਾਂ ਅੱਧਾ ਘੰਟਾ ਕਮੀਆਂ ਲੱਭਣ ਤੇ ਜ਼ਰੂਰ ਲਾ ਦੇਣਗੇ। ਮੈਂ ਬੜਾ ਹੈਰਾਨ ਹੁਣਾ ਵੇਖ ਕੇ ਸਾਧ ਸੰਗਤ, ਆਮ ਬੰਦਾ ਬੈਠ ਕੇ 10 ਮਿੰਟ ਸੁਣ ਲਏਗਾ, ਪਰ ਸੱਚ ਇਹ ਹੈ ਜਿਹਨੂੰ ਸਭ ਤੋਂ ਜ਼ਿਆਦਾ, ਕਿਉਂਕਿ ਪ੍ਰਬੰਧ ਕਰਨ ਵਾਲੇ ਨੂੰ ਜ਼ਿਆਦਾ ਸੁਣਨਾ ਪਏਗਾ, ਜ਼ਿਆਦਾ ਸਮਝਣਾ ਪਏਗਾ, ਪਰ ਸੱਚ ਹੈ ਪ੍ਰਬੰਧ ਕਰਨ ਵਾਲਾ ਪ੍ਰਬੰਧਕ ਕਦੀ ਵੀ ਨਹੀਂ ਸੁਣਦਾ। ਉਹ ਆਏਗਾ ਤੇ ਬਸ ਕੀ ਅੱਜ ਆਇਆ ਤੇ ਕੀ ਗਿਆ, ਕੀ ਖਟਿਆ ਤੇ ਕੀ ਗਵਾਇਆ। ਉਹ ਦੁਨੀਆ ਦੇ ਕਰਮ ਕਰਦਿਆਂ ਵੀ ਉਹੀ ਚੀਜ਼ਾਂ ਤੇ ਗੁਰੂ ਘਰ ਵਿੱਚ ਆ ਕੇ ਵੀ ਉਹੀ ਚੀਜ਼ਾਂ। ਬਾਬਾ ਐਸਾ ਭਾਈ ਗੁਰਦਾਸ ਜੀ ਨੇ ਸ਼ਾਇਦ ਇਸੇ ਕਰਕੇ ਆਖਿਆ ਸੀ, ਮਾਇਆ ਡਰ ਡਰ ਪਤਹਾਰ ਗੁਰਦੁਆਰੇ ਆਵੇ, ਤਾਹਾਂ ਜੋ ਮਾਇਆ ਵਿਆਪੇ ਕਹੋ ਕਤ ਜਾਈਏ। ਮਾਲਕ ਕਿਰਪਾ ਕਰੇ ਕਿ ਕਿਤੇ ਇੱਥੇ ਰਹਿੰਦਿਆਂ ਨਾ ਵਿਆਪੇ ਸਨ, ਇੱਥੇ ਰਹਿੰਦਿਆਂ ਇਸ ਅਵਸਥਾ ਤੋਂ ਨਿਰਲੇਪ ਹੋ ਜਾਈਏ। ਸੱਚ ਵਿੱਚ ਗੁਰਮੁਖੋ ਸਾਰੇ ਅਸੀਂ ਇੱਥੇ ਖੜੇ ਆ। ਮੇਰੇ ਵਰਗਾ ਵੀ ਸੁਰਤ ਸਿਰਫ ਮਾਇਆ ਵੱਲ ਹੁੰਦੀ ਏ,
ਕਿਉਂਕਿ ਪ੍ਰਬੰਧ ਐਸੇ ਬਣ ਗਏ ਨਾ ਸੱਤ ਵਿੱਚ, ਅਸੀਂ ਮੁਹਤਾਜ ਬਣਾ ਦਿੱਤਾ ਹੈ ਗੁਰੂ ਘਰ ਦੇ ਅੰਦਰ ਸੇਵਾ ਕਰਨ ਵਾਲੇ ਨੂੰ ਵੀ, ਅਸੀਂ ਉਹਨੂੰ ਵੀ ਦਰ ਦਰ ਦਾ ਮੁਹਤਾਜੀ ਬਣਾ ਦਿੱਤਾ ਹੈ। ਹਰ ਇੱਕ ਦੇ ਹੱਥ ਵੱਲ ਵੇਖਦਾ ਰਵੇ ਵੀ ਕੀ ਕਿੱਥੋਂ ਕੀ ਮਿਲਦਾ ਹੈ। ਨਹੀਂ, ਮੇਰੀ ਬੇਨਤੀ ਹੈ ਸਾਧ ਸੰਗਤ, ਇੰਨਾ ਸਮਰੱਥ ਬਣਾਓ ਗੁਰੂ ਘਰ ਦਾ ਢਾਂਚਾ, ਗੁਰੂ ਘਰ ਦਾ ਪ੍ਰਬੰਧ। ਜਿਹੜਾ ਗੁਰੂ ਘਰ ਦੇ ਅੰਦਰ ਸੇਵਾ ਕਰਨ ਵਾਲਾ ਹੈ ਉਹਨੂੰ ਦੁਨਿਆਵੀ, ਜਿੰਨਾ ਕੁ ਸਾਡੇ ਬੱਚੇ ਦੁਨਿਆਵੀ ਤਲ ਤੇ ਚੰਗੀ ਨੌਕਰੀ ਕਰਦੇ ਤੇ ਕਮਾਉਂਦੇ ਨੇ, ਉਹਨਾਂ ਨੂੰ ਇੰਨਾ ਕੁ ਗੁਰੂ ਘਰ ਵਿੱਚੋਂ ਤਨਖਾਹ ਵਜੋਂ ਦਿਓ ਵੀ ਉਹਨਾਂ ਦੀ ਸੁਰਤ ਕਿਸੇ ਹੋਰ ਪਾਸੇ ਜਾਏ ਨਾ। ਖੈਰ ਆਪਣਾ ਵਿਸ਼ਾ ਨਹੀਂ, ਮੈਂ ਬੇਨਤੀ ਕੀਤੀ, ਮਨ ਦੀ ਭਟਕਣਾ ਦਾ ਇੱਕ ਕਾਰਨ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਵੇਦ ਸੁਣਦਾ ਹੈ, ਪੁਰਾਣ ਸੁਣਦਾ ਹੈ, ਸਿਮਰਤੀਆਂ ਸੁਣਦਾ ਹੈ, ਧਾਰਮਿਕ ਗ੍ਰੰਥ ਸੁਣਦਾ ਹੈ, ਪਰ ਇਹਨਾਂ ਦੇ ਉਪਦੇਸ਼ ਸੁਣ ਕੇ ਨਿਮਖ ਨਾ ਹੀਏ ਬਸਾਵੇ। ਸਾਹਿਬ ਕਹਿੰਦੇ ਨੇ ਨਿਮਖ ਮਾਤਰ ਵੀ, ਛਿਨ ਮਾਤਰ ਵੀ, ਥੋੜਾ ਜਿਹਾ ਵੀ ਗਿਆਨ ਹਿਰਦੇ ਦੇ ਅੰਦਰ ਨਹੀਂ ਵਸਾਉਂਦਾ, ਬਸ ਇਧਰੋਂ ਸੁਣਦਾ ਤੇ ਇਧਰੋਂ ਕੱਢ ਦਿੰਦਾ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਚਨ ਕਹੇ ਤੇ ਗੁਰੂ ਰਾਮਦਾਸ ਜੀ ਸ਼ਾਇਦ ਇਸੇ ਕਰਕੇ ਕਹਿੰਦੇ ਨੇ, ਪਾਤਸ਼ਾਹ ਕਹਿੰਦੇ ਨੇ ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਜਿਨੇ ਸੱਚ ਕਰਕੇ ਗੁਰੂ ਦਾ ਉਪਦੇਸ਼ ਮੰਨ ਲੇ, ਪਰ ਮੰਨੇਗਾ ਕੋਈ ਤਾਂ ਜੇ ਸੁਣੇਗਾ। ਪਹਿਲੀ ਗੱਲ ਤੇ ਸੰਗਤ ਜੀ ਸਰੋਤ ਘਟ ਗਈ ਹੈ, ਸੁਣਨਾ ਬੜਾ ਔਖਾ ਹੋ ਗਿਆ। ਮੇਰੇ ਸਾਹਿਬ ਜੀ ਕਹਿੰਦੇ ਨੇ ਨਿਮਖ ਨਾ ਹੀਏ ਬਸਾਵੇ, ਪਰ ਧਨ ਪਰ ਦਾਰਾ ਸਿਉ ਰਚਿਓ, ਹਰ ਵੇਲੇ ਸੁਰਤ ਅੰਦਰ ਪਰ ਧਨ ਪਰਾਇਆ ਧਨ, ਪਰ ਦਾਰਾ ਪਰਾਈ ਇਸਤਰੀ। ਰੂਪ ਦਾ ਰਸ ਤੇ ਧਨ ਦਾ ਰਸ ਹਰ ਵੇਲੇ ਇਹਨਾਂ ਵਿੱਚ ਰਚਿਆ ਹੋਇਆ, ਬਿਰਥਾ ਜਨਮ ਸਿਰਾਵੇ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਸਾਰਾ ਜਨਮ ਹੀ ਇਹਦਾ ਵਿਅਰਥ ਜਾ ਰਿਹਾ ਹੈ। ਮਦ ਮਾਇਆ ਕੇ ਭਇਓ ਬਾਵਰੋ, ਸੰਸਾਰ ਦੀ ਮਾਇਆ ਦੇ ਮਦ ਅੰਦਰ, ਅਹੰਕਾਰ ਦੇ ਅੰਦਰ ਬੌਰਾ ਹੋ ਗਿਆ। ਸੱਚ ਵਿੱਚ ਗੁਰਮਖੋ ਬੜੇ ਵਿਰਲੇ ਨੇ ਜਿਨ੍ਹਾਂ ਕੋਲੋਂ ਮਨ ਭਾਉਂਦੀ ਮਾਇਆ ਆ ਜਾਏ ਤੇ ਉਹ ਇਸ ਅਵਸਥਾ ਵਿੱਚ ਵੀ ਟਿਕੇ ਰਹਿ। ਨਹੀਂ ਤੇ ਮੇਰੇ ਸਾਹਿਬ ਜੀ ਕਹਿੰਦੇ ਨੇ ਮਨ ਦਸ ਨਾਜ ਟਕਾ ਚਾਰ ਗਾਂਠੀ ਐਂਡੋ ਟੇਡੋ ਜਾਤ, 10 ਮਣ ਦਾਣੇ ਆ ਜਾਣ ਨਾ ਘਰ ਵਿੱਚ। ਆਮ ਇੱਕ ਕਹਾਵਤ ਅਸੀਂ ਪੜ੍ਹਦੇ ਹਾਂ ਜੀ, ਜਿਨ੍ਹਾਂ ਦੇ ਕੋਠੀ ਦਾਣੇ ਉਹਨਾਂ ਦੇ ਕਮਲੇ ਵੀ ਸਿਆਣੇ। ਇਹ ਹਕੀਕਤ ਹੈ, ਜਿਨ੍ਹਾਂ ਕੋਲੋਂ 4 ਦਾਣੇ ਨੇ ਉਹਨਾਂ ਦੇ ਕਮਲੇ ਵੀ ਸਿਆਣੇ ਨੇ। ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਮਾਇਆ ਦੇ ਮੱਧ ਵਿੱਚ ਬੌਰਾ ਹੋ ਕੇ ਪਟ ਗਏ। ਸੂਝਤ ਨੈ ਕਛ ਗਿਆਨਾ, ਗਿਆਨ ਦੀ ਗੱਲ ਸਮਝਦਾ ਹੀ ਨਹੀਂ। ਘਟ ਹੀ ਪੀਤਰ ਬਸਤ ਨਿਰੰਜਨ, ਜਿਹੜਾ ਕਰਤਾ ਇਹਦੇ ਅੰਦਰ ਵਸਦਾ ਹਿਰਦੇ ਵਿੱਚ, ਤਾਂ ਕੋ ਮਰਮ ਨਾ ਜਾਣਾ, ਉਹਦੀ ਜੁਗਤ ਉਹਦਾ ਮਰਮ ਸਾਰੀ ਜ਼ਿੰਦਗੀ ਨਹੀਂ ਜਾਣਦਾ। ਜਬ ਹੀ ਸ਼ਰਨ ਸਾਧ ਕੀ ਆਇਓ, ਜਦੋਂ ਇਹ ਗੁਰੂ ਦੀ ਸੰਗਤ ਵਿੱਚ ਆ ਗਿਆ, ਦੁਰਮਤ ਸਗਲ ਬਿਨਾਸੀ, ਬਸ ਆਉਣਾ ਔਖਾ ਹੈ ਗੁਰਮਖੋ। ਫਿਜ਼ੀਕਲੀ ਤੌਰ ਤੇ ਰੋਜ਼ ਆਉਂਦੇ ਆ, ਤੁਸੀਂ ਵੀ ਆਏ, ਮੈਂ ਵੀ ਆ ਕੇ ਬੈਠਾ, ਪਰ ਸੁਰਤ ਦੇ ਤੌਰ ਤੇ ਜਿੱਦਣ ਪਹੁੰਚ ਜਾਵਾਂਗੇ ਨਾ ਗੁਰੂ ਦੇ ਦਰ ਤੇ, ਜਿੱਦਣ ਸੁਰਤ ਦੇ ਦਰ ਤੇ, ਜਿੱਦਣ ਸੁਰਤ ਦੇ ਦਰ ਤੇ ਪਹੁੰਚ ਗਏ, ਉਦਣ ਮਾਇਨੇ ਬਦਲ ਜਾਣਗੇ ਗੁਰੂ ਘਰ ਦੇ। ਉਦਣ ਸਮਝ ਆ ਜਾਏਗੀ, ਜਿਹਨੂੰ ਗੁਰੂ ਨਾਨਕ ਸਾਹਿਬ ਜੀ ਪਾਵਨ ਬਾਣੀ ਵਿੱਚ ਕਹਿੰਦੇ ਨੇ ਨਾ, ਤੁਸੀਂ ਬਚਨ ਪੜ੍ਹਦੇ ਹੋ, ਗੁਰਦੁਆਰੇ ਹੋਏ ਸੋਝੀ ਪਾਏ। ਉਦਣ ਗੁਰਦੁਆਰਾ ਸੋਝੀ ਲਈ ਹੋਏਗਾ, ਸਮਝ ਲਈ ਹੋਏਗਾ। ਅਜੇ ਤੇ ਗੁਰਦੁਆਰਾ ਸਿਰਫ ਮੰਗਣ ਲਈਏ, ਅਜੇ ਤੇ ਗੁਰਦੁਆਰਾ ਸਿਰਫ ਦਾਤਾਂ ਲਈਏ, ਅਜੇ ਤੇ ਗੁਰਦੁਆਰਾ ਸਿਰਫ ਢਿੱਡ ਦੀ ਭੁੱਖ ਮਿਟਾਉਣ ਲਈਏ। ਅਜੇ ਗੁਰਦੁਆਰੇ ਨੂੰ ਇਸ ਤੋਂ ਅੱਗੇ ਅਸੀਂ ਵੇਖਿਆ ਹੀ ਨਹੀਂ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਜਬ ਹੀ ਸ਼ਰਨ ਸਾਧ ਕੀ ਆਇਓ, ਜਦੋਂ ਗੁਰੂ ਦੀ ਸ਼ਰਨ ਵਿੱਚ ਆ ਗਿਆ, ਟਿਕ ਗਿਆ, ਦੁਰਮਤ ਸਗਲ ਬਿਨਾਸੀ, ਫਿਰ ਇਹਦੇ ਅੰਦਰੋਂ ਭੈੜੀ ਮਤ ਚਲੀ ਜਾਏਗੀ। ਤਬ ਨਾਨਕ ਚੇਤਿਓ ਚਿੰਤਾ ਮਨ, ਫਿਰ ਜਦੋਂ ਚਿੰਤਾ ਮਨ ਆਪਾ ਉਸ ਜੋ ਸਾਰੀ ਖਲਕਤ ਦਾ ਮਾਲਕ ਹੈ, ਚਿੰਤਾ ਮਣੀ ਵਾਹਿਗੁਰੂ ਹੈ, ਉਹ ਸਾਰੀਆਂ ਚਿੰਤਾਵਾਂ ਨੂੰ ਦੂਰ ਕਰਨ ਵਾਲੇ ਕਰਤੇ ਨੂੰ ਫਿਰ ਜਦੋਂ ਚੇਤੇ ਕਰੇਗਾ, ਕਾਟੀ ਜਮ ਕੀ ਫਾਸੀ, ਉਹਦੇ ਦੇ ਅੰਦਰੋਂ ਜਮ ਦੀਆਂ ਫਾਸੀਆਂ ਫਾਈਆਂ ਕੱਟੀਆਂ ਜਾਣਗੀਆਂ। ਫਿਰ ਇਹਨੂੰ ਸਮਝ ਆ ਜਾਏਗੀ ਕਿ ਮੇਰਾ ਮਨ ਵਸ ਵਿੱਚ ਕਿਉਂ ਨਹੀਂ। ਅਸਲ ਵਿੱਚ ਗੁਰਮੁਖੋ ਇਹ ਮਨ ਦੀ ਅਵਸਥਾ ਹੈ, ਜਿਵੇਂ ਸੁਨਾਰ ਕੁਠਾਲੀ ਵਿੱਚ ਸੋਨੇ ਨੂੰ ਪਾਉਂਦਾ ਹੈ, ਅੰਦਰ ਮੈਲ ਹੋਵੇ ਤੜਫਦਾ ਹੈ, ਜਦੋਂ ਮੈਲ ਮੁੱਕ ਗਈ ਉਹ ਸ਼ਾਂਤ ਹੋ ਜਾਂਦਾ ਹੈ। ਗੁਰੂ ਦਾ ਸ਼ਬਦ ਉਹ ਸੇਕ ਹੈ, ਅਗਨ ਹੈ। ਜਦੋਂ ਗੁਰੂ ਦੇ ਦਰ ਤੇ ਆਵੇਂ, ਸਭ ਕਹਿੰਦੇ ਨੇ ਸ਼ਬਦ ਦਾ ਸੇਕ ਦੇਣ ਨੂੰ, ਇਹ ਓਨੀ ਦੇਰ ਤੱਕ ਭਟਕੇਗਾ, ਓਨੀ ਦੇਰ ਤੱਕ ਡੋਲੇਗਾ ਜਿੰਨੀ ਦੇਰ ਤੱਕ ਇਹਦੇ ਅੰਦਰ ਮੈਲ ਹੈ। ਜਿੱਦਣ ਸੱਚ ਵਿੱਚ ਸੇਕ ਲੱਗ ਗਿਆ ਨੂੰ, ਇਹਦੀ ਮੈਲ ਮੁੱਕ ਜਾਏਗੀ, ਥਿਰ ਹੋ ਕੇ ਟਿਕ ਜਾਏਗਾ। ਸਤਿਗੁਰ ਕਿਰਪਾ ਕਰਨ, ਸਮੇਂ ਦੀ ਸਮਾਪਤੀ ਮਾਲਕ ਇਹਨਾਂ ਬਚਨਾਂ ਨੂੰ ਸਮਝਣ ਦੀ ਦਾਤ ਬਖਸ਼ਣ, ਹੋਈਆਂ ਗਲਤੀਆਂ ਬਖਸ਼ ਲੈਣੀਆਂ। ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ।